प्यारी साध संगत जीओ, वाहिगुरु जी का खालसा, श्री वाहिगुरु जी की फतेह। अज तो करीब 2 साल पहला मैनू पाकिस्तान स्थित गुरधामां दे दर्शन करने का मौका मिलिया। अटारी रेलवे स्टेशन ते बहुत सारी भीड़ सी, बहुत सारे लोग खुश अते कुछ लोग उदास सन। उन्हां उदास लोकां विचों एक 60-70 साल के माता जी जो साइड ते बैठे रो रहे सन, मेरे को रिहा नहीं गया। मैं उन्हां दे कोल गया अते पुछया, माता जी तुसी रो क्यों रहे हो, तुहाडा कुछ गुम हो गया है? तां माता जी भरियां अखां नाल मेरे वाल वेख के कहन लगे, नहीं पुत्र, कुछ गुम्या तो नहीं। दिल विच बड़ी तांग सी कि इस उमरे गुरु नानक साहब के जन्म स्थान ननकाना साहब के दर्शन करके आवां, पर बदकिस्मती मेरी इस ढलदी उमरे भी मेरा वीज़ा नहीं लग्या। ये गल मेरे दिल विच घर कर गई। मैं सोचा क्यों ना उन्होंने लोगों वास्ते, उन्होंने संगतां वास्ते जो किसी भी कारण पाकिस्तान स्थित गुरधामां दे दर्शन नहीं कर सकदियां, कोई उपराला किया जाए। मैं पाकिस्तान गया, उत्थों के गुरुद्वारियां दी फिल्म बनाई, फिल्म नूं लड़ीबद्ध किया अते एक डॉक्यूमेंट्री का रूप दे के जिसका नाम रखिया बाबा तेरा ननकाना आप जी लई हाज़र कर रहा हाँ। प्यारी साध संगत जीओ, फिल्म बनाने वेले कोई भुल चुक हो गई होवे तां दास अजी सोतां नूं अनजान समझ के माफ़ करना जी। वाहिगुरु जी का खालसा, वाहिगुरु जी की फतेह। संगतां खिच तैयारी आईयां, नाम वाहिगुरु जी। संगतां खिच तैयारी आईयां, संगतां खिच तैयारी आईयां, शरदा नाल जाने नूं, शरदा नाल जाने नूं। चलो चलिया सिंगां दा जत्था, दर्शन लई ननकाणे नूं। चल चलिया सिंगां दा जत्था, दर्शन लई ननकाणे नूं। संगतां खिच तैयारी आईयां। अज साडी भी वारी आई आ, सतगुरा ने वाज लगाई आ। अज साडी भी वारी आई आ, सतगुरा ने वाज लगाई आ। संगतां ने लंगर बनाया है सफरा विच खाने नूं, सफरा विच खाने नूं। चलो चलिया सिंगां दा जत्था, दर्शन लई ननकाणे नूं। चल चलिया सिंगां दा जत्था, दर्शन लई ननकाणे नूं। संगतां खिच तैयारी आईयां। दिन भागा वाला चढ़िया ए, हर चेहरा चानल खिड़िया ए। दिन भागा वाला चढ़िया ए, हर चेहरा चानल खिड़िया ए। अज कर्मां दे नाल होणे दर्शन साडे लाणे नूं, बई पूरे
ਸਿੰਘਾਂ ਦਾ ਜੱਥਾ ਦਰਸ਼ਨ ਲਈ ਨਨਕਾਣੇ ਨੂੰ ਸੰਗਤਾਂ ਖਿੱਚ ਤਿਆਰੀ ਆਈਆਂ ਗੱਡੀ ਭਰ ਗਈ ਬਿੰਦ ਵਿੱਚ ਖਾਲੀ ਪਈ ਨਾਲ ਚੱਲਿਆ ਬਠਿੰਡੇ ਦਾ ਪਾਲੀ ਬਈ ਗੱਡੀ ਭਰ ਗਈ ਬਿੰਦ ਵਿੱਚ ਖਾਲੀ ਬਈ ਨਾਲ ਚੱਲਿਆ ਬਠਿੰਡੇ ਦਾ ਖਾਲੀ ਬਈ ਤਰਾਹੇ ਵਾਲਾ ਤਿਮਾਨ ਵੀ ਚੱਲਿਆ ਭਾਗ ਜਗਾਣੇ ਨੂੰ ਸੁੱਤੇ ਭਾਗ ਜਗਾਣੇ ਨੂੰ ਚਲੋ ਚੱਲਿਆ ਸਿੰਘਾਂ ਦਾ ਜੱਥਾ ਦਰਸ਼ਨ ਲਈ ਨਨਕਾਣੇ ਨੂੰ ਉਹ ਚੱਲ ਚੱਲਿਆ ਸਿੰਘਾਂ ਦਾ ਜੱਥਾ ਦਰਸ਼ਨ ਲਈ ਨਨਕਾਣੇ ਨੂੰ ਸੰਗਤਾਂ ਖਿੱਚ ਤਿਆਰੀ ਆਈਆਂ ਚਲੋ ਹੁਣ ਤੁਹਾਨੂੰ ਇੱਕ ਜਥੇ ਦੇ ਰੂਪ ਵਿੱਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਲੈ ਚੱਲੀਏ। ਅਟਾਰੀ ਤੋਂ ਇੱਕ ਵਿਸ਼ੇਸ਼ ਰੇਲ ਗੱਡੀ ਰਾਹੀਂ ਸਾਰੀਆਂ ਸੰਗਤਾਂ ਵਾਹਗਾ ਵੱਲ ਤੁਰ ਪੈਂਦੀਆਂ ਹਨ। ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸਾਰੀਆਂ ਸੰਗਤਾਂ ਅੱਗੇ ਵਧਦੀਆਂ ਹਨ। ਕੁਝ ਦੇਰ ਦੀ ਯਾਤਰਾ ਤੋਂ ਬਾਅਦ ਵਾਹਗਾ ਸਟੇਸ਼ਨ ਆ ਜਾਂਦਾ ਹੈ। ਵਾਹਗਾ ਪਹੁੰਚ ਕੇ ਹਿੰਦੁਸਤਾਨ ਤੋਂ ਆਈਆਂ ਸੰਗਤਾਂ ਦਾ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਂਦਾ ਹੈ। ਸਾਰੀਆਂ ਸੰਗਤਾਂ ਵਾਹਗਾ ਵਿਖੇ ਆਪਣੇ ਵੀਜ਼ੇ ਦੀ ਕਾਰਵਾਈ ਪੂਰੀਆਂ ਕਰਵਾਉਂਦੀਆਂ ਹਨ। ਵੀਜ਼ੇ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸਾਰੀਆਂ ਸੰਗਤਾਂ ਮੁੜ ਉਸੇ ਰੇਲ ਗੱਡੀ ਵਿੱਚ ਬੈਠ ਜਾਂਦੀਆਂ ਹਨ। ਇਹ ਰੇਲ ਗੱਡੀ ਲਾਹੌਰ ਤੋਂ ਬਾਈਪਾਸ ਹੁੰਦੀ ਹੋਈ ਨਨਕਾਣਾ ਸਾਹਿਬ ਪਹੁੰਚ ਜਾਂਦੀ ਹੈ, ਜਿਸ ਦੀ ਲਾਹੌਰ ਤੋਂ ਦੂਰੀ ਕੁੱਲ 90 ਕਿਲੋਮੀਟਰ ਹੈ। ਹੁਣ ਤੁਸੀਂ ਨਨਕਾਣਾ ਸਾਹਿਬ ਦਾ ਰੇਲਵੇ ਸਟੇਸ਼ਨ ਦੇਖ ਰਹੇ ਹੋ, ਜਿੱਥੇ ਪਹੁੰਚ ਕੇ ਸਾਰੀਆਂ ਸੰਗਤਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਉਤਾਵਲੀਆਂ ਹੋ ਜਾਂਦੀਆਂ ਹਨ। ਜਿਸ ਨੂੰ ਵੀ ਜੋ ਸਾਧਨ ਮਿਲਦਾ ਹੈ, ਆਟੋ ਰਿਕਸ਼ਾ, ਟਾਂਗਾ ਜਾਂ ਫਿਰ ਕੁਝ ਸੰਗਤਾਂ ਪੈਦਲ ਹੀ ਦਰਬਾਰ ਸਾਹਿਬ ਵੱਲ ਕੂਚ ਕਰ ਲੈਂਦੀਆਂ ਹਨ। ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੀਆਂ ਹੋਈਆਂ ਤੁਸੀਂ ਹੁਣ ਜਿਸ ਖੂਬਸੂਰਤ ਇਮਾਰਤ ਦੇ ਦਰਸ਼ਨ ਕਰ ਰਹੇ ਹੋ, ਇਹ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਹੈ। ਨਨਕਾਣਾ ਸਾਹਿਬ ਜ਼ਿਲ੍ਹਾ
ਸ਼ੇਖੂਪੁਰੇ ਦੀ ਤਹਿਸੀਲ ਦਾ ਇੱਕ ਪ੍ਰਧਾਨ ਨਗਰ ਸੀ, ਜਿਸ ਨੂੰ ਅੱਜ ਕੱਲ੍ਹ ਇੱਕ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਇਸ ਸ਼ਹਿਰ ਦਾ ਪੁਰਾਣਾ ਨਾਂ ਤਲਵੰਡੀ ਰਾਏ ਭੋਈ ਸੀ, ਜੋ ਇੱਕ ਮੁਸਲਮਾਨ ਸੱਜਣ ਰਾਏ ਭੋਈ ਭੱਟੀ ਦੇ ਨਾਂ ਉੱਤੇ ਵਸਿਆ ਹੋਇਆ ਸੀ। ਇਸ ਸ਼ਹਿਰ ਅੰਦਰ ਸਤਿਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਹੋਇਆ। ਇੱਥੇ ਹੀ ਆਪ ਨੇ ਆਪਣਾ ਬਚਪਨ ਗੁਜ਼ਾਰਿਆ। ਆਪ ਨਾਲ ਸੰਬੰਧਿਤ ਸਾਖੀਆਂ ਦੀ ਯਾਦ ਵਿੱਚ ਇਸ ਸ਼ਹਿਰ ਅੰਦਰ ਪਹਿਲੇ ਪਾਤਸ਼ਾਹ ਨਾਲ ਜੁੜੇ 6 ਗੁਰਦੁਆਰਾ ਸਾਹਿਬ ਮੌਜੂਦ ਹਨ। ਇਸ ਤੋਂ ਉਪਰੰਤ 5ਵੇਂ ਅਤੇ 6ਵੇਂ ਪਾਤਸ਼ਾਹ ਜੀ ਦੇ ਗੁਰਦੁਆਰੇ ਵੀ ਮੌਜੂਦ ਹਨ। ਯਾਤਰੀਆਂ ਦੇ ਰਹਿਣ ਵਾਸਤੇ ਗੁਰਦੁਆਰਾ ਜਨਮ ਸਥਾਨ ਅੰਦਰ ਕਮਰੇ ਬਣਾਏ ਗਏ ਹਨ। ਹੋਰ ਵੀ ਕਈ ਕਮਰਿਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਦੂਰੋਂ ਨੇੜਿਓਂ ਆਈਆਂ ਸੰਗਤਾਂ ਵਾਸਤੇ ਗੁਰਦੁਆਰਾ ਜਨਮ ਸਥਾਨ ਅੰਦਰ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਨਨਕਾਣਾ ਸਾਹਿਬ ਵਿਖੇ ਸਭ ਤੋਂ ਵੱਡਾ ਅਤੇ ਪਹਿਲਾ ਗੁਰਦੁਆਰਾ ਜਨਮ ਸਥਾਨ ਹੀ ਹੈ, ਜਿੱਥੇ 15 ਅਪ੍ਰੈਲ 1469 ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਉਹ ਕੋਠਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ, ਉਸ ਥਾਂ 1819 ਨੂੰ ਮਹਾਰਾਜਾ ਰਣਜੀਤ ਸਿੰਘ ਵੇਲੇ ਇੱਕ ਗੁੰਬਦ ਵਾਲੀ ਇਮਾਰਤ ਬਣਵਾਈ ਗਈ। ਇਸ ਤੋਂ ਬਾਹਰ ਵਾਲੀ ਬਾਰਾਂਦਰੀ ਮਹੰਤ ਸਾਧੂ ਰਾਮ ਨੇ ਬਣਵਾਈ। ਦਸਵੀਂ ਡਿਊਟੀ ਅਤੇ ਬੁਰਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਵਾਏ ਗਏ। ਮਹਾਰਾਜਾ ਰਣਜੀਤ ਸਿੰਘ ਸਮੇਂ ਹੀ ਸਰੋਵਰ ਦੀ ਕਾਰ ਸੇਵਾ ਕਰਵਾਈ ਗਈ। ਇਸ ਦੀਆਂ ਪੌੜੀਆਂ ਦੀ ਸੇਵਾ ਬਾਬਾ ਗੁਰਮੁਖ ਸਿੰਘ ਵੱਲੋਂ ਕਰਵਾਈ ਗਈ। ਗੁਰਦੁਆਰਾ ਸਾਹਿਬ ਦਾ ਪਹਿਲਾ ਪ੍ਰਬੰਧ ਉਦਾਸੀਆਂ ਕੋਲ ਸੀ, ਫਿਰ ਮਹੰਤਾਂ ਕੋਲ ਆ ਗਿਆ। 20 ਫਰਵਰੀ 1921 ਨੂੰ ਜਦੋਂ ਮਹੰਤਾਂ ਕੋਲੋਂ ਇਸ ਪਾਵਨ ਦਰਬਾਰ ਦਾ ਕਬਜ਼ਾ ਮੰਗਿਆ ਗਿਆ ਤਾਂ ਮਹੰਤਾਂ ਨੇ ਗੁਰਸਿੱਖਾਂ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਅਨੇਕਾਂ ਸਿੱਖ ਸ਼ਹੀਦ ਹੋ ਗਏ। ਇਹਨਾਂ ਸ਼ਹੀਦਾਂ ਦਾ ਸੰਸਕਾਰ ਗੁਰਦੁਆਰਾ ਸਾਹਿਬ ਨਾਲ ਲੱਗਦੀ ਨਵੀਂ ਬਾਰਾਂਦਰੀ ਵਾਲੀ ਥਾਂ ਤੇ ਕੀਤਾ ਗਿਆ। ਇਸ ਘਟਨਾ ਵਿੱਚ ਕੁਝ ਗੋਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਨੂੰ ਵੀ ਲੱਗੀਆਂ। ਅੱਜ ਵੀ ਪ੍ਰਕਾਸ਼ ਸਥਾਨ ਅੰਦਰ ਉਹਨਾਂ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ। ਇਸੇ ਗੁਰਦੁਆਰਾ ਜਨਮ ਸਥਾਨ ਦੀ ਚਾਰ ਦੀਵਾਰੀ ਦੇ ਅੰਦਰ ਕੁਝ ਹੋਰ ਪਾਵਨ ਸਥਾਨ ਵੀ ਮੌਜੂਦ ਹਨ, ਜਿਨ੍ਹਾਂ ਦਾ ਵੇਰਵਾ ਤੁਹਾਨੂੰ ਅਸੀਂ ਨਾਲ-ਨਾਲ ਦੱਸਦੇ ਰਵਾਂਗੇ। ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਦਰਬਾਰ ਸਾਹਿਬ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦੀਆਂ ਹਨ। ਹੁਣ ਤੁਸੀਂ ਦਰਬਾਰ ਸਾਹਿਬ ਦਾ ਅੰਦਰ ਦਾ ਦ੍ਰਿਸ਼ ਦੇਖ ਰਹੇ ਹੋ। ਜਿਸ ਨੂੰ ਰੰਗ ਬਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਅੰਦਰ 24 ਘੰਟੇ ਕੀਰਤਨ ਹੁੰਦਾ ਰਹਿੰਦਾ ਹੈ, ਜਿਸ ਨੂੰ ਨੇੜਿਓਂ ਅਤੇ ਦੂਰੋਂ ਆਈਆਂ ਸੰਗਤਾਂ ਸਰਵਣ ਕਰਦੀਆਂ ਹਨ।
ਭਾਈ ਮਰਦਾਨਾ ਜੀ ਦੀ ਪੀੜ੍ਹੀ ਚੋਂ ਚੱਲੇ ਆ ਰਹੇ ਕੀਰਤਨੀਏ ਦਰਬਾਰ ਸਾਹਿਬ ਅੰਦਰ ਕੀਰਤਨ ਕਰਦੇ ਹੋਏ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਨਾਲ ਸਭ ਤੋਂ ਵੱਧ ਸਮਾਂ ਬਿਤਾਉਣ ਦਾ ਸੁਭਾਗ ਪ੍ਰਾਪਤ ਹੋਇਆ। ਹੁਣ ਤੁਸੀਂ ਉਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। यही वो स्थान है जिथे गुरु नानक देव जी का जन्म होया। संगतां इस स्थान ते शीश निवा के अपना जन्म सफल कर दिया हुई। इस स्थान ते महाराजा रणजीत सिंह ने गुंबद बनवाया। इस स्थान अंदर 24 घंटे पाठ होंदा रहंदा है। वाहिगुरु 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 वाहिगुरु। ਹੁਣ ਤੁਸੀਂ ਜੰਡ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਗੁਰਦੁਆਰਾ ਜਨਮ ਸਥਾਨ ਦੇ ਪ੍ਰਕਾਸ਼ ਸਥਾਨ ਤੋਂ ਸੱਜੇ ਪਾਸੇ ਹੀ ਇਤਿਹਾਸਿਕ ਜੰਡ ਸਾਹਿਬ ਹੈ, ਜਿਸ ਨਾਲ 20 ਫਰਵਰੀ 1921 ਨੂੰ महंत नारायणू ने भाई लक्ष्मण सिंह जी ਨੂੰ ਜਿਉਂਦਿਆਂ ਜੀ ਪੁੱਠਾ ਲਟਕਾ ਕੇ ਸਾੜ ਦਿੱਤਾ ਸੀ। महाराजा रणजीत सिंह ਵੇਲੇ गुरुद्वारा जन्म स्थान ਦੇ ਨਾਂ बहुत सारी जमीन लगाई गई। इस जमीन ਅਤੇ ਚੜਾਵੇ ਉੱਤੇ महंतां कब्जा कर लिया। ਇਸ ਦੇ ਖਿਲਾਫ ਸਿੱਖਾਂ ਵਿੱਚ ਰੋਸ ਜਾਗ ਉੱਠਿਆ। ਉਹਨਾਂ महंतां ਤੋਂ ਗੁਰਦੁਆਰਾ ਆਜ਼ਾਦ ਕਰਾਉਣ ਲਈ ਕਿਹਾ, ਜਿਸ ਦੇ ਨਤੀਜੇ ਵਜੋਂ ਇਹ ਦੁਰਘਟਨਾ ਵਾਪਰੀ। महंतां 20 फरवरी ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਵਾਲੇ ਸਿੱਖਾਂ ਉੱਤੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ। ਨਿਹੱਥੇ ਸਿੱਖ ਆਪਣੇ ਪਵਿੱਤਰ ਸਥਾਨ ਉੱਤੇ ਜਾਨਾਂ ਵਾਰ ਗਏ। ਸੈਂਕੜੇ ਗੁਰਸਿੱਖ ਸ਼ਹੀਦ ਹੋ ਗਏ। ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਵੇਲੇ ਜਥਿਆਂ ਦੀ ਅਗਵਾਈ ਭਾਈ ਲక్ష్మణ ਸਿੰਘ ਜੀ ਅਤੇ ਭਾਈ ਦਲੀਪ ਸਿੰਘ ਜੀ ਕਰ ਰਹੇ ਸਨ। ਭਾਈ ਲక్ష్మణ ਸਿੰਘ ਜੀ ਨੂੰ ਜਾਨ ਨਾਲ ਲਟਕਾ ਕੇ ਜਿਉਂਦਾ ਸਾੜ ਦਿੱਤਾ ਗਿਆ। ਇੰਜ ਇਹ ਰੁੱਖ ਸਿੱਖ ਇਤਿਹਾਸ ਵਿੱਚ ਇੱਕ ਯਾਦਗਾਰ ਰੂਪ ਧਾਰਨ ਕਰ ਗਿਆ। ਹੁਣ ਤੁਸੀਂ ਹਿੰਦੁਸਤਾਨ ਦੀਆਂ ਸੰਗਤਾਂ ਵੱਲੋਂ ਦਰਬਾਰ ਸਾਹਿਬ ਨੂੰ ਭੇਟਾਂ ਕੀਤੀ ਗਈ ਸੋਨੇ ਦੀ ਪਾਲਕੀ ਦੇ ਦਰਸ਼ਨ ਕਰ ਰਹੇ ਹੋ। ਤਿਸ ਜਾਣੈ ਸਗਲ ਜਹਾਨ, ਤਿਸ ਜਾਣੈ
पल बिसर नहीं मेरे करते, खिन पल बिसर नहीं मेरे करते। खिन पल बिसर नहीं मेरे करते, खिन पल बिसर नहीं मेरे करते। खिन पल बिसर नहीं मेरे करते, खिन पल बिसर नहीं ਮੇਰੇ ਕਰਤੇ। खिन पल बिसर ਹੁਣ ਤੁਸੀਂ ਬੇਬੇ ਨਾਨਕੀ ਦਾ ਖੂਹ ਦੇਖ ਰਹੇ ਹੋ, ਜਿੱਥੇ ਕਦੇ ਗੁਰੂ ਨਾਨਕ ਦੇਵ ਜੀ ਪਾਣੀ ਪੀਆ ਕਰਦੇ ਸਨ। ਇਹ ਪਾਵਨ ਸਥਾਨ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਦੀ ਦਸਵੀਂ ਡਿਊਟੀ ਤੋਂ ਬਾਹਰ ਖੱਬੇ ਹੱਥ ਆਉਂਦਾ ਹੈ। ਇਹ ਖੂਹ ਬਾਬਾ ਜੀ ਦੇ ਘਰ ਦੇ ਵਿਹੜੇ ਵਿੱਚ ਸੀ। ਇਸ ਖੂਹ ਨੂੰ ਬੇਬੇ ਨਾਨਕੀ ਦਾ ਖੂਹ ਕਿਹਾ ਗਿਆ ਹੈ। ਪਲ ਬਿਸਰ ਨਹੀਂ ਮੇਰੇ ਕਰਤੇ। ਤੁਸੀਂ ਉਹ ਸਰੋਵਰ ਦੇਖ ਰਹੇ ਹੋ, मेरे करते। खिन पल बिसर नहीं मेरे ਜਿਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ ਅਤੇ ਇਸ ਦੀਆਂ ਪੌੜੀਆਂ ਦੀ ਸੇਵਾ ਬਾਬਾ ਗੁਰਮੁਖ ਸਿੰਘ ਜੀ ਵੱਲੋਂ ਕਰਵਾਈ ਗਈ। पल बिसर नहीं मेरे करते। खिन पल बिसर नहीं मेरे ਸੰਗਤਾਂ ਇੱਥੇ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹੋਈਆਂ। ਵਾਹਿਗੁਰੂ 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 ਵਾਹਿਗੁਰੂ। ਨਨਕਾਣਾ ਸਾਹਿਬ ਅੰਦਰ ਇਸ ਤੋਂ ਇਲਾਵਾ 6 ਹੋਰ ਗੁਰਦੁਆਰਾ ਸਾਹਿਬ ਮੌਜੂਦ ਹਨ, ਜਿਨ੍ਹਾਂ ਵਿੱਚੋਂ ਗੁਰਦੁਆਰਾ ਬਾਲ ਲੀਲਾ। ਇਹ ਸਥਾਨ ਗੁਰਦੁਆਰਾ ਜਨਮ ਸਥਾਨ ਤੋਂ 225 ਮੀਟਰ ਦੀ ਵਿੱਥ ਤੇ ਹੈ। ਇੱਥੇ ਸਤਿਗੁਰੂ ਨਾਨਕ ਦੇਵ ਜੀ ਖੇਡਾਂ ਕਰਦੇ ਸਨ। ਇਸ ਪਾਵਨ ਸਥਾਨ ਦੇ ਨਾਲ ਇੱਕ ਸਰੋਵਰ ਹੈ ਜੋ ਰਾਏ ਬੁਲਾਰ ਨੇ ਗੁਰੂ ਜੀ ਦੇ ਨਾਂ ਤੇ ਬਣਵਾਇਆ। ਇਸ ਦੀ ਪਹਿਲੀ ਇਮਾਰਤ ਅਤੇ ਨਾਲ ਲੱਗਦੇ ਸਰੋਵਰ ਨੂੰ ਮਹਾਰਾਜਾ ਰਣਜੀਤ ਸਿੰਘ ਵੇਲੇ ਪੱਕਾ ਕਰਵਾਇਆ ਗਿਆ। ਇਹ ਸੇਵਾ ਬਾਬਾ ਗੁਰਬਖਸ਼ ਸਿੰਘ ਜੀ ਨੇ 1820-21 ਵਿੱਚ ਨਿਭਾਈ। ਇਸ ਤੋਂ ਬਾਅਦ ਨਿਰਮਲੇ ਮਹੰਤਾਂ ਨਵੀਂ ਇਮਾਰਤ ਸ਼ੁਰੂ ਕੀਤੀ, ਜੋ ਮੁਕੰਮਲ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਕੋਲ ਆ ਗਈ। ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ 1945-46 ਵਿੱਚ ਇਸ ਇਮਾਰਤ ਨੂੰ ਮੁਕੰਮਲ ਕਰਵਾਇਆ। ਇਸ ਗੁਰਦੁਆਰੇ ਦੀ ਇਮਾਰਤ ਬਹੁਤ ਹੀ ਖੂਬਸੂਰਤ ਬਣਾਈ ਗਈ ਹੈ। ਵਾਹਿਗੁਰੂ 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 ਕਰਤਾ ਤੂੰ ਮੇਰਾ ਜਜਮਾਨ, ਕਰਤਾ ਤੂੰ ਮੇਰਾ ਜਜਮਾਨ। 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 ਇੱਕ ਦਖਣਾ ਹੋ ਤੈ ਪੈ ਮੰਗੂ, ਇੱਕ ਦਖਣਾ ਹੋ ਤੈ ਪੈ ਮੰਗੋ। ਇੱਕ ਦਖਣਾ ਹੋ ਸੰਗਤਾਂ ਤੈ ਪੈ ਮੰਗੂ। ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਦੀਆਂ ਹੋਈਆਂ। ਦੇਹ ਆਪਣਾ ਨਾਮ, ਦੇਹ ਆਪਣਾ ਨਾਮ। ਦੇਹ ਆਪਣਾ ਨਾਮ, ਦੇਹ ਆਪਣਾ ਨਾਮ। ਦੇਹ ਇਸ ਦੇ ਅੰਦਰ ਬਹੁਤ ਹੀ ਖੂਬਸੂਰਤ ਨਕਾਸ਼ੀ ਕਰੀ ਗਈ ਹੈ। ਦੇਹ ਆਪਣਾ ਨਾਮ, ਦੇਹ ਆਪਣਾ ਨਾਮ। ਇੱਕ ਦਖਣਾ ਹੋ ਤੈ ਪੈ ਮੰਗੂ, ਇੱਕ ਦਖਣਾ ਹੋ ਤੈ ਪੈ ਮੰਗੋ। ਇੱਕ ਦਖਣਾ ਹੋ ਤੈ ਪੈ ਮੰਗੂ। ਇੱਕ ਦਖਣਾ ਹੋ ਤੈ ਪੈ ਮੰਗੋ। ਵਾਹਿਗੁਰੂ 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 ਗੁਰਦੁਆਰਾ
ਪੱਟੀ ਸਾਹਿਬ ਇਹ ਪਾਵਨ ਸਥਾਨ ਗੁਰਦੁਆਰਾ ਬਾਲ ਲੀਲਾ ਦੇ ਸਾਹਮਣੇ ਮੌਜੂਦ ਹੈ। ਇੱਥੇ ਪਹਿਲੇ ਪਾਤਸ਼ਾਹ ਜੀ ਪੰਡਤ ਗੋਪਾਲ ਦਾਸ ਅਤੇ ਪੰਡਤ ਬ੍ਰਿਜਲਾਲ ਪਾਸੋਂ ਸੰਸਕ੍ਰਿਤ ਪੜ੍ਹਿਆ ਕਰਦੇ ਸਨ। ਵਾਹਿਗੁਰੂ 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 ਪਰ ਆਪ ਜੀ ਦੇ ਆਤਮਿਕ ਗਿਆਨ ਅਤੇ ਤਿੱਖਣ ਬੁੱਧੀ ਨੂੰ ਵੇਖਦਿਆਂ ਸੰਸਾਰੀ ਉਸਤਾਦਾਂ ਸ਼ੀਸ਼ ਨਿਵਾਇਆ। 13 ਸਾਲ ਦੀ ਉਮਰ ਵਿੱਚ ਤਲਵੰਡੀ ਦੇ ਮੌਲਾਨਾ ਕੁਤੁਬਦੀਨ ਪਾਸ ਅਬੀ ਫਾਰਸੀ ਪੜ੍ਹਨ ਬਿਠਾਇਆ ਗਿਆ। ਆਸ਼ਾ ਰਾਗ ਵਿੱਚ ਪੱਟੀ ਨਾਮ ਦੀ ਬਾਣੀ ਆਪ ਜੀ ਨੇ ਇਸੇ ਸਥਾਨ ਤੇ ਰਚੀ। ਨਾਨਕ ਕੀ ਅਰਦਾਸ ਸੁਣੀ ਜੈ, ਨਾਨਕ ਕੀ ਅਰਦਾਸ ਸੁਣੀ ਜੈ। ਇਸ ਸਥਾਨ ਅੰਦਰ ਨਨਕਾਣਾ ਸਾਹਿਬ ਦੇ ਸਿੱਖ ਕੀਰਤਨ ਅਤੇ ਪ੍ਰਕਾਸ਼ ਕਰਦੇ ਹਨ। ਸੁਣੀ ਜੈ, ਨਾਨਕ ਕੀ ਅਰਦਾਸ ਸੁਣੀ ਜੈ। ਨਾਨਕ ਕੀ ਅਰਦਾਸ ਸੁਣੀ ਜੈ, ਨਾਨਕ ਕੀ ਅਰਦਾਸ ਸੁਣੀ ਜੈ। ਕੇਵਲ ਨਾਮ ਹਿਰਦੈ ਮਹਿੰਦੀ ਜੈ, ਕੇਵਲ ਨਾਮ ਹਿਰਦੈ ਮਹਿੰਦੀ ਜੈ। 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 ਵਾਹਿਗੁਰੂ ਵਾਹਿਗੁਰੂ ਇਸ ਗੁਰਦੁਆਰਾ ਸਾਹਿਬ ਅੰਦਰ ਵਾਹਿਗੁਰੂ ਬਹੁਤ ਹੀ ਖੂਬਸੂਰਤ ਨਕਾਸ਼ੀ ਅਤੇ ਚਿੱਤਰ ਬਣਾਏ ਗਏ ਹਨ। ਵਾਹਿਗੁਰੂ 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 ਸੰਗਤਾਂ ਗੁਰਦੁਆਰਾ ਸਾਹਿਬ ਅੰਦਰ ਹੋ ਰਹੇ ਕੀਰਤਨ ਦਾ ਆਨੰਦ ਮਾਣਦੀਆਂ ਹੋਈਆਂ। ਵਾਹਿਗੁਰੂ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਮ ਥਾਰੇ ਭੇਖਾਰੀ ਜਿਉ, ਹਮ ਥਾਰੇ ਭੇਖਾਰੀ ਜਿਉ, ਹਮ ਥਾਰੇ ਭੇਖਾਰੀ ਜਿਉ। ਹਮ ਥਾਰੇ ਭੇਖਾਰੀ ਜਿਉ। ਇਹ ਸਥਾਨ ਮੈਂ ਕਿਆ ਗੁਰਦੁਆਰਾ ਜਨਮ ਸਥਾਨ ਤੋਂ 1.5 ਕਿਲੋਮੀਟਰ ਦੂਰ ਹੈ। ਮੰਗੂ ਕਿਛ ਨਨਕਾਣਾ ਸਾਹਿਬ ਅੰਦਰ ਇਸ ਥਾਂ ਗੁਰੂ ਜੀ ਨੇ ਮੱਝਾਂ ਚਰਾਈਆਂ। ਇੱਥੇ ਇੱਕ ਜੱਟ ਦੇ ਖੇਤ ਨੂੰ ਗੁਰੂ ਜੀ ਦੀਆਂ ਮੱਝਾਂ ਉਜਾੜ ਦਿੱਤਾ। ਜਦੋਂ ਉਹ ਜੱਟ ਸਮੇਂ ਦੇ ਹਾਕਮ ਕੋਲੇ ਸ਼ਿਕਾਇਤ ਲੈ ਕੇ ਗਿਆ ਤਾਂ ਹਾਕਮ ਉਸ ਦੇ ਨਾਲ ਤੁਰ ਪਿਆ। ਉਹਨਾਂ ਆ ਕੇ ਵੇਖਿਆ ਖੇਤ ਹਰੇ ਭਰੇ ਸੀ। ਹਰ ਦੀਜੈ ਨਾਮ ਪਿਆ। ਇਸ ਪਾਵਨ ਸਥਾਨ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਵੇਲੇ ਕਰਾਈ ਗਈ। ਸਰੋਵਰ ਦੀ ਸੇਵਾ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਵੱਲੋਂ ਕਰਵਾਈ ਗਈ। ਇੱਥੇ ਸੰਗਤਾਂ ਸ਼ੀਸ਼ ਨਿਵਾ ਕੇ ਗੁਰੂ ਜੀ ਕੋਲੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਹੋਈਆਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਨਕਾਣਾ ਸਾਹਿਬ ਦੇ ਕਣਕ ਮੰਡੀ ਵਿੱਚ ਸਥਿਤ ਤੁਸੀਂ ਗੁਰਦੁਆਰਾ ਮਾਲ ਜੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਵਾਹਿਗੁਰੂ 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 ਗੁਰੂ ਨਾਨਕ ਦੇਵ ਜੀ ਵੇਲੇ ਇਸ ਥਾਂ ਘਣੇ ਜੰਗਲ ਸਨ। ਵਾਹਿਗੁਰੂ 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 ਗੁਰੂ ਜੀ ਇੱਕ ਵਾਰ ਮੱਝਾਂ ਚਾਰਦੇ ਚਾਰਦੇ ਇੱਥੇ ਇੱਕ ਰੁੱਖ ਹੇਠਾਂ ਸੌਂ ਗਏ। ਦਿਨ ਢਲ ਗਿਆ, ਚਿਹਰੇ ਉੱਤੇ ਧੁੱਪ ਆ ਗਈ ਤਾਂ ਇੱਕ ਸੱਪ ਆਪਣਾ ਫਣ ਖਿਲਾਰ ਕੇ ਆਪ ਜੀ ਦੇ ਚਿਹਰੇ ਉੱਤੇ ਛਾਂ ਕਰ ਦਿੱਤੀ। ਜਦੋਂ ਤੱਕ ਆਪ ਸੁੱਤੇ ਰਹੇ, ਸੱਪ ਨੇ ਛਾਂ ਕੀਤੀ ਰੱਖੀ। ਇਹ ਪਾਵਨ ਸਥਾਨ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ। ਤੁਸੀਂ ਉਹ ਖੁਦ ਦੇਖ ਰਹੇ ਹੋ ਜਿੱਥੋਂ ਸੱਪ ਨੇ ਨਿਕਲ ਕੇ ਬਾਬਾ ਜੀ ਦੇ ਸਿਰ ਤੇ ਛਾਂ ਕੀਤੀ ਸੀ। ਵਾਹਿਗੁਰੂ 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 ਜਦੋਂ ਉੱਥੋਂ ਦੇ ਹਾਕਮ ਨੇ ਆ ਕੇ ਦੇਖਿਆ ਕਿ ਬਾਬਾ ਜੀ ਤੇ ਸੱਪ ਨੇ ਛਾਂ ਕੀਤੀ ਹੋਈ ਹੈ ਤਾਂ ਉਸੇ ਦਿਨ ਹਾਕਮ ਨੇ ਬਹੁਤ ਸਾਰੀ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਂ ਕਰ ਦਿੱਤੀ। ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਸੁੱਤੇ ਪਏ ਸਨ ਅਤੇ ਉਹਨਾਂ ਉੱਪਰ ਸੱਪ ਨੇ ਛਾਂ ਕੀਤੀ ਸੀ। ਇਸ ਗੁਰਦੁਆਰੇ ਦੀ ਇਮਾਰਤ ਬਹੁਤ ਹੀ ਖੂਬਸੂਰਤ ਬਣਾਈ ਗਈ ਹੈ। ਦਾਤੇ ਕਰੋ ਕਿਰਪਾ ਸਰਬ ਕੇ ਦਾਤੇ ਕਰੋ ਕਿਰਪਾ ਸਰਬ ਕੇ ਦਾਤੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵਲਾ ਹੁਣ ਤੁਸੀਂ ਗੁਰਦੁਆਰਾ ਤੰਬੂ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਹ ਪਾਵਨ ਸਥਾਨ ਗੁਰਦੁਆਰਾ ਜਨਮ ਸਥਾਨ ਦੇ ਬਹੁਤ ਹੀ ਨਜ਼ਦੀਕ ਹੈ। ਸਤਿਗੁਰੂ ਨਾਨਕ ਦੇਵ ਜੀ ਸੱਚਾ ਸੌਦਾ ਕਰਕੇ ਜਦੋਂ ਮੁੜੇ ਤਾਂ ਪਿਤਾ ਕਾਲੂ ਜੀ ਤੋਂ ਡਰਦੇ ਹੋਏ ਸੰਘਣੇ ਵਰਣਾਂ ਦੇ ਇੱਕ ਝੁੰਡ ਵਿੱਚ ਆਣ ਲੁਕੇ। ਪਿਤਾ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਆਪ ਦੇ ਮੁੱਖ ਉੱਪਰ ਚਪੇੜਾਂ ਮਾਰੀਆਂ ਤੇ ਬੇਬੇ ਨਾਨਕੀ ਜੀ ਵੀਰ ਤੋਂ ਬਲਹਾਰ ਗਈ। ਆਪ ਜਿੱਥੇ ਲੁਕੇ ਉਹ ਰੁੱਖ ਅੱਜ ਵੀ ਤੰਬੂ ਵਾਂਗ ਤਣੇ ਹੋਏ ਹਨ। ਇੱਥੇ ਨਾਲ ਹੀ ਯਾਦਗਾਰੀ ਗੁਰਦੁਆਰਾ ਉਸਾਰਿਆ ਗਿਆ ਜਿਸ ਦਾ ਨਾਂ ਤੰਬੂ ਸਾਹਿਬ ਰੱਖਿਆ ਗਿਆ। ਆਪਣਾ ਨਾਮ ਜਪਾ ਇਹ ਗੁਰਦੁਆਰਾ ਪਹਿਲਾਂ ਨਿੰਗ ਸਿੰਘਾਂ ਦੇ ਕਬਜ਼ੇ ਵਿੱਚ ਸੀ। ਜਦੋਂ ਸ਼੍ਰੋਮਣੀ ਕਮੇਟੀ ਨੇ ਇਸ ਦਾ ਕਬਜ਼ਾ ਲਿਆ ਤਾਂ ਨਿੰਗ ਸਿੰਘਾਂ ਨੇ ਆਪਣਾ ਵੱਖਰਾ ਗੁਰਦੁਆਰਾ ਬਣਾ ਲਿਆ। ਆਪਣਾ ਉਸ ਗੁਰਦੁਆਰੇ ਨੂੰ ਨਿੰਗ ਸਿੰਘਾਂ ਦੀ ਛਾਉਣੀ ਕਿਹਾ ਜਾਂਦਾ ਹੈ। ਇਹ ਗੁਰਦੁਆਰਾ ਤੰਬੂ ਸਾਹਿਬ ਦੇ ਮੁੱਖ ਦਰਵਾਜ਼ੇ ਨਾਲ ਸਥਿਤ ਹੈ। ਹੁਣ ਤੁਸੀਂ ਉਹ ਦਰਖਤਾਂ ਦਾ ਝੁੰਡ ਦੇਖ ਰਹੇ ਹੋ ਜਿੱਥੇ ਗੁਰੂ ਨਾਨਕ ਸਾਹਿਬ ਆਣ ਕੇ ਲੁਕੇ ਸਨ। ਵਾਹਿਗੁਰੂ 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 ਗੁਰਦੁਆਰਾ ਛੇਵੀਂ ਪਾਤਸ਼ਾਹੀ ਅਤੇ ਪੰਜਵੀਂ ਪਾਤਸ਼ਾਹੀ ਵਾਹਿਗੁਰੂ ਵਾਹਿਗੁਰੂ ਨਨਕਾਣਾ ਸਾਹਿਬ ਅੰਦਰ ਜਨਮ ਸਥਾਨ ਰੋਡ ਤੇ ਗੁਰਦੁਆਰਾ ਪੰਜਵੀਂ ਅਤੇ ਛੇਵੀਂ ਪਾਤਸ਼ਾਹ ਜੀ ਸਥਿਤ ਹਨ। ਇਹ ਦੋਵੇਂ ਗੁਰਦੁਆਰੇ ਇੱਕੋ ਸਥਾਨ ਵਿੱਚ ਹਨ। ਸਤਿਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਜੀ ਸ਼੍ਰੀ ਨਨਕਾਣਾ ਸਾਹਿਬ ਦੀ ਯਾਤਰਾ ਵਾਸਤੇ ਜਦੋਂ ਨਨਕਾਣਾ ਸਾਹਿਬ ਆਏ ਤਾਂ ਆਪ ਨੇ ਇਸ ਥਾਂ ਉਤਾਰਾ ਕੀਤਾ। ਛੇਵੇਂ ਪਾਤਸ਼ਾਹ ਜੀ 1631 ਈਸਵੀ ਨੂੰ ਨਨਕਾਣਾ ਸਾਹਿਬ ਆਏ। ਗੁੰਬਦ ਵਾਲਾ ਸਥਾਨ ਛੇਵੇਂ ਪਾਤਸ਼ਾਹ ਜੀ ਦਾ ਅਤੇ ਬਿਨਾਂ ਗੁੰਬਦ ਵਾਲਾ
ਪੰਜਵੇਂ ਪਾਤਸ਼ਾਹ ਜੀ ਦਾ ਹੈ। ਛੇਵੇਂ ਪਾਤਸ਼ਾਹ ਜੀ ਦੇ ਗੁਰਦੁਆਰੇ ਗੁੰਬਦ ਅੰਦਰ ਉਸ ਬਿਰਛ ਦਾ ਮੁੱਛਾ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖਿਆ ਹੋਇਆ ਹੈ, ਜਿਸ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ। ਦੋਵੇਂ ਗੁਰਦੁਆਰੇ ਸੁੰਦਰ ਬਣੇ ਹਨ। ਰਾਤ ਦਾ ਦ੍ਰਿਸ਼ ਦੇਖ ਰਹੇ ਹੋ, ਜਿਸ ਨੂੰ ਰੰਗ ਬਰੰਗੇ ਬਲਬਾਂ ਦੀ ਰੋਸ਼ਨੀ ਨਾਲ ਸਜਾਇਆ ਗਿਆ ਹੈ। ਰਾਤ ਵੇਲੇ ਗੁਰਦੁਆਰਾ ਜਨਮ ਸਥਾਨ ਅੰਦਰ ਕੀਰਤਨ ਹੋ ਰਿਹਾ। ਵਾਹਿਗੁਰੂ 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 ਸਿੰਧ ਦੇ ਕੀਰਤਨੀਏ ਭਾਈ ਨਾਨਕੇ ਦਰਬਾਰ ਸਾਹਿਬ ਅੰਦਰ ਕੀਰਤਨ ਕਰਦੇ ਹੋਏ रंग बिरंगी रोशनी नाल सजा होया गुरुद्वारा जन्म स्थान। दरबार साहब अंदर संगतां कीर्तन का आनंद माणदियां होईयां। भाई चमनप्रीत सिंह जी गुरुद्वारा जन्म स्थान ननकाना साहब के दर्शनां लई आउंदे होए सास सास सिमरत रहां, सास सास सिमरत रहां। गुरपुरब वाले दिन ननकाना साहब तो एक विशाल नगर कीर्तन कढ़िया जाता है। सास सास सिमरत रहां, सास सास सिमरत रहां, सास सास सिमरत। हज़ारां ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀਆਂ ਹਨ। ਇਹ ਨਗਰ ਕੀਰਤਨ ਨਨਕਾਣਾ ਸਾਹਿਬ जन्म स्थान तो शुरू होके जिन्ने भी गुरुद्वारे ननकाना साहब अंदर हैं उतों हुंदा होया वापस फिर ही ननकाना साहब जन्म स्थान आ जाता है। हुण तुसीं पालकी साहब के दर्शन कर रहे हो, जिथे संगतां शीश नवा के आशीर्वाद प्राप्त करदियां होईयां। इस दिन सारे ननकाना साहब नूं एक दुल्हन की तरह सजाया जाता है।
ਵਾਹਿਗੁਰੂ 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 ਗੱਤਕਾ ਟੀਮਾਂ ਨਗਰ ਕੀਰਤਨ ਵਿੱਚ ਗੱਤਕਾ ਖੇਡਦੀਆਂ ਹੋਈਆਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਸ਼ੋਭਾ ਯਾਤਰਾ ਸ਼ਹਿਰ ਵਿੱਚੋਂ ਲੰਘਦੀ ਹੋਈ ਵਾਹਿਗੁਰੂ 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 ਤੂੰ ਅਥਾਹ ਅਪਾਰ ਅਤੇ ਉੱਚਾ ਤੂੰ ਅਥਾਹ ਅਪਾਰ ਅਤੇ ਉੱਚਾ ਰਾਤ ਵੇਲੇ ਧਰਮ ਸਥਾਨ ਅੰਦਰ ਰੰਗ ਬਰੰਗੀ ਰੋਸ਼ਨੀ ਦੇ ਨਾਲ ਆਤਿਸ਼ਬਾਜ਼ੀ ਪਟਾਕੇ ਵੀ ਚਲਾਏ ਜਾਂਦੇ ਹਨ ਜਿਸ ਨੂੰ ਦੇਖ ਕੇ ਹਰ ਬੰਦਾ ਇਹ ਸੋਚਦਾ ਹੈ ਕਿ ਇੱਕ ਵਾਰ ਨਨਕਾਣਾ ਸਾਹਿਬ ਜ਼ਰੂਰ ਜਾਵਾਂ। ਹੁਣ ਤੁਹਾਨੂੰ ਗੁਰਦੁਆਰਾ ਸੱਚਾ ਸੌਦਾ ਦੀ ਯਾਤਰਾ ਲਈ ਲੈ ਚੱਲਦੇ ਹਾਂ। ਨਨਕਾਣਾ ਸਾਹਿਬ ਤੋਂ ਇਹ ਅਰਦਾਸ ਹਮਾਰੀ ਵਿਸ਼ੇਸ਼ ਬੱਸਾਂ ਰਾਹੀਂ ਸਾਰੀਆਂ ਸੰਗਤਾਂ ਸੱਚਾ ਸੌਦਾ ਦੇ ਦਰਸ਼ਨਾਂ ਲਈ ਚੱਲ ਪੈਂਦੀਆਂ ਹਨ। ਗੁਰਦੁਆਰਾ ਸੱਚਾ ਸੌਦਾ ਚੂੜਕਾਣਾ ਇਸ ਸ਼ਹਿਰ ਦਾ ਨਵਾਂ ਨਾਂ ਫਾਰੂਕਾਬਾਦ ਹੈ। ਇਹ ਗੁਰਦੁਆਰਾ ਲਾਹੌਰ ਤੋਂ 50 ਕਿਲੋਮੀਟਰ ਦੂਰ ਸ਼ਿਖਪੁਰਾ ਸਰਗੋਦਾ ਰੋਡ ਉੱਤੇ ਸਥਿਤ ਹੈ ਜਿਸ ਦਾ ਨਾਂ ਸੱਚਾ ਸੌਦਾ ਹੈ। ਨਾਹੀ ਸੁਖ ਦਾਤੇ ਬਿਸਰ ਨਾਹੀ ਸੁਖ ਦਾਤੇ ਬਿਸਰ ਨਾਹੀ ਸੁਖ ਦਾਤੇ ਇਸ ਥਾਂ ਉੱਤੇ ਇੱਕ ਬਹੁਤ ਭਾਰੀ ਜੰਗਲ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭੁੱਖੇ ਸਾਧੂਆਂ ਨੂੰ ਆਪਣੇ ਪਿਤਾ ਜੀ ਵੱਲੋਂ ਦਿੱਤੇ ਗਏ 20 ਰੁਪਇਆਂ ਦਾ ਪ੍ਰਸ਼ਾਦਾ ਛਕਾ ਕੇ ਸੱਚਾ ਸੌਦਾ ਕੀਤਾ। ਇਹ ਉਹੀ ਸਥਾਨ ਹੈ ਜਿੱਥੋਂ ਸਿੱਖ ਧਰਮ ਅੰਦਰ ਲੰਗਰ ਦੀ ਪਰੰਪਰਾ ਆਰੰਭ ਹੋਈ। ਇਹ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਹੈ। ਇਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸੰਗਤਾਂ ਹੂਮ ਹੁਮਾ ਕੇ ਇਸ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਨਨਕਾਣਾ ਸਾਹਿਬ ਵਾਂਗੂ ਬਹੁਤ ਹੀ ਖੂਬਸੂਰਤ ਬਣਾਈ ਗਈ ਹੈ। ਵਾਹਿਗੁਰੂ 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 ਹੁਣ ਤੁਸੀਂ ਵਾਹਿਗੁਰੂ ਲੰਗਰ ਘਰ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਸੰਗਤਾਂ ਵਾਹਿਗੁਰੂ ਵਾਹਿਗੁਰੂ ਲੰਗਰ ਛਕ ਰਹੀਆਂ ਹਨ। ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਇੱਕ ਖੂਬਸੂਰਤ ਸਰੋਵਰ ਬਣਾਇਆ ਗਿਆ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਗੁਰਦੁਆਰਾ ਪੰਜਾ ਸਾਹਿਬ। ਵਾਹਿਗੁਰੂ 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 ਹਸਨ ਅਬਦਾਲ ਨਾਮ ਦਾ ਇੱਕ ਕਸਬਾ ਲਾਹੌਰ ਤੋਂ ਪਿਸ਼ਾਵਰ ਵੱਲ ਜਾਂਦਿਆਂ 350 ਕਿਲੋਮੀਟਰ ਦੂਰ ਹੈ ਅਤੇ ਰਾਵਲਪਿੰਡੀ ਤੋਂ 50 ਕਿਲੋਮੀਟਰ। ਇਸ ਕਸਬੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਥਾਨ ਗੁਰਦੁਆਰਾ ਪੰਜਾ ਸਾਹਿਬ ਮੌਜੂਦ ਹੈ। ਇਸ ਸਥਾਨ ਉੱਤੇ ਗੁਰੂ ਨਾਨਕ ਸਾਹਿਬ 1521 ਈਸਵੀ ਨੂੰ ਚਰਨ ਪਾਏ। ਗੁਰੂ ਜੀ ਇੱਕ ਪਿੱਪਲ ਦੇ ਪਿਰਛ ਹੇਠਾਂ ਨਿਵਾਸ ਕੀਤਾ। ਪਹਾੜ ਤੋਂ ਰਿੜਦੇ ਹੋਏ ਪੱਥਰ ਜਿਸ ਨੂੰ ਵਲੀ ਕੰਧਾਰੀ ਵੱਲੋਂ ਸੁੱਟਿਆ ਗਿਆ ਸੀ, ਆਪਣੇ ਪੰਜੇ ਨਾਲ ਰੋਕਿਆ। ਉਸ ਪੱਥਰ ਉੱਤੇ ਅੱਜ ਵੀ ਉਸ ਪੰਜੇ ਦੇ ਨਿਸ਼ਾਨ ਮੌਜੂਦ ਹਨ। ਇੱਥੇ ਇੱਕ ਮਿੱਠਾ ਚਸ਼ਮਾ ਵੀ ਹੈ। ਸੰਗਤਾਂ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਇਸ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਨਾਮ ਸੁਨਤ ਜਮ ਦੂਰੋਂ ਭਾਗੈ, ਨਾਮ ਸੁਨਤ ਜਮ ਦੂਰੋਂ ਭਾਗੈ। ਤੁਸੀਂ ਉਹ ਪੱਥਰ ਦੇਖ ਰਹੇ ਹੋ ਜਿੱਥੇ ਗੁਰੂ ਨਾਨਕ ਸਾਹਿਬ ਦੇ ਪੰਜੇ ਦੇ ਨਿਸ਼ਾਨ ਮੌਜੂਦ ਹਨ। ਨਾਮ ਲੈਤ ਸਭ ਦੁੱਖ ਹੈ ਨਾਸ, ਸੰਗਤਾਂ ਇੱਥੇ ਆਉਂਦੀਆਂ ਹਨ ਸਭ ਦੁੱਖ ਹੈ ਨਾਸ। ਅਤੇ ਮਿੱਠਾ ਜਲ ਛਕ ਕੇ ਤਪਦੇ ਹਿਰਦੇ ਨੂੰ ਠਾਰਦੀਆਂ ਹਨ। ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸਰਦਾਰ ਹਰੀ ਸਿੰਘ ਨਲਵਾ ਨੇ ਕਰਾਈ। ਪਾਕਿਸਤਾਨ ਵਿੱਚ ਵਿਸਾਖੀ ਦਾ ਸਭ ਤੋਂ ਵੱਡਾ ਮੇਲਾ ਇਸੇ ਸਥਾਨ ਵਿੱਚ ਮਨਾਇਆ ਜਾਂਦਾ ਹੈ। ਸੰਗਤਾਂ ਉਸ ਸਥਾਨ ਤੇ ਜਾਂਦੀਆਂ ਹੋਈਆਂ ਜਿੱਥੋਂ ਵਲੀ ਕੰਧਾਰੀ ਨੇ ਗੁਰੂ ਨਾਨਕ ਸਾਹਿਬ ਉੱਪਰ ਪੱਥਰ ਸੁੱਟਿਆ ਸੀ। ਵਾਹਿਗੁਰੂ 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 ਵਾਹਿਗੁਰੂ। ਹੁਣ ਤੁਸੀਂ ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਕਰ ਰਹੇ ਹੋ। ਇਹ ਪਾਵਨ ਸਥਾਨ ਬਾਦਸ਼ਾਹੀ ਮਸਜਿਦ ਅਤੇ ਸ਼ਾਹੀ ਕਿਲਾ ਲਾਹੌਰ ਨਾਲ ਜੁੜਵਾ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈ। ਇਹ ਸਿੱਖ ਇਤਿਹਾਸ ਲਈ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਇਹ ਉਹ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਚੰਦੂ ਦੇ ਤਸੀਹੇ ਸਹਿੰਦੇ ਹੋਏ ਰੱਬ ਦਾ ਭਾਣਾ ਮੰਨ ਕੇ 30 ਮਈ 1606 ਨੂੰ ਰਾਵੀ ਦਰਿਆ ਵਿੱਚ ਅਲੋਪ ਹੋ ਗਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਜਦੋਂ 1619 ਨੂੰ ਚੰਦੂ ਨੂੰ ਸਜ਼ਾ ਦੇਣ ਵਾਸਤੇ ਲਾਹੌਰ ਆਏ ਤਾਂ ਆਪਨੇ ਗੁਰੂ ਪਿਤਾ ਜੀ ਦਾ ਸ਼ਹੀਦੀ ਸਥਾਨ ਥੜਾ ਸਾਹਿਬ ਤਿਆਰ ਕਰਵਾਇਆ। ਤੁਸੀਂ ਉਹ ਸਥਾਨ ਦੇਖ ਰਹੇ ਹੋ ਜਿੱਥੇ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਇਸ ਸਥਾਨ ਉੱਤੇ ਇਮਾਰਤ ਬਣਵਾਈ ਗਈ ਜੋ ਕਿ ਬਹੁਤ ਹੀ ਨਿੱਕੀ ਸੀ। ਇਮਾਰਤ ਛੋਟੀ ਹੋਣ ਕਰਕੇ 1909 ਈਸਵੀ ਨੂੰ ਮੰਜੀ ਸਾਹਿਬ ਉਸਾਰਿਆ ਗਿਆ। 21 ਅਪ੍ਰੈਲ 1930 ਨੂੰ ਇਸ ਸਥਾਨ ਅੰਦਰ ਮੁੜ ਸੇਵਾ ਆਰੰਭ ਹੋਈ ਜੋ 1934 ਤੋਂ ਸੰਪੂਰਨ ਹੋਈ। ਡੇਰਾ ਸਾਹਿਬ ਦੇ ਗੁੰਬਦ ਉੱਪਰ ਸੋਨਾ ਚੜਵਾਇਆ ਗਿਆ, ਫਰਸ਼ ਪੱਕੇ ਕਰਵਾਏ ਗਏ
ਅਤੇ ਗੁਰਦੁਆਰਾ ਸਾਹਿਬ ਦਾ ਪ੍ਰਵੇਸ਼ ਮਾਰਗ ਸੰਗਮਰਮਰ ਦਾ ਬਣਵਾਇਆ ਗਿਆ। ਤਨ ਖਾਟ ਹੁਣ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇਖ ਰਹੇ ਹੋ। ਸੰਤ ਸੰਗ ਹਰ ਸਿਮਰਨਾ 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 ਮਲ ਜਨ ਮਹਾਰਾਜਾ ਰਣਜੀਤ ਸਿੰਘ ਕੀ ਕਾ ਜਿਨ੍ਹਾਂ ਨੂੰ ਸ਼ੇਰੇ ਪੰਜਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਮਲ ਜਨਮ ਜਨਮ ਕੀ ਕਾ ਜਿਨ੍ਹਾਂ ਨੇ ਸਿੱਖ ਇਤਿਹਾਸ ਲਈ ਬਹੁਤ ਹੀ ਵਡਮੁੱਲੇ ਕੰਮ ਕੀਤੇ। ਜਨਮ ਕੀ ਕਾਟ ਮਲ ਜਨਮ ਜਨਮ ਕੀ ਕਾਟ ਸੰਤ ਸੰਗ ਹਰ ਸਿਮਰਨਾ ਸੰਤ ਸੰਗ ਹਰ ਸਿਮਰਨਾ ਸੰਤ ਸੰਗ ਗੁਰਦੁਆਰਾ ਰੋੜੀ ਸਾਹਿਬ। ਜਦੋਂ ਮੁਗਲ ਬਾਦਸ਼ਾਹ ਬਾਬਰ ਦੀਆਂ ਫੌਜਾਂ ਪੰਜਾਬ ਵਿੱਚ ਵੜੀਆਂ ਤਾਂ ਸਤਿਗੁਰੂ ਨਾਨਕ ਦੇਵ ਜੀ ਇਸ ਸਥਾਨ ਉੱਤੇ ਮੌਜੂਦ ਸਨ। ਜਦੋਂ ਸ਼ਾਹੀ ਫੌਜਾਂ ਅਹਿਮਦਾਬਾਦ ਦੇ ਕਸਬੇ ਨੂੰ ਆਪਣੇ ਕਬਜ਼ੇ ਵਿੱਚ ਲਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ। ਬੰਦੀ ਬਣਾਏ ਜਾਣ ਵਾਲੇ ਇਹਨਾਂ ਲੋਕਾਂ ਵਿੱਚ ਸਤਿਗੁਰੂ ਨਾਨਕ ਦੇਵ ਜੀ ਵੀ ਸ਼ਾਮਲ ਸਨ। ਗੁਰੂ ਜੀ ਨੂੰ ਜਦੋਂ ਇੱਥੋਂ ਬੰਦੀ ਬਣਾਇਆ ਗਿਆ, ਉਸ ਵੇਲੇ ਆਪ ਰੋੜਾਂ ਦੀ ਸੇਜ ਉੱਤੇ ਬੈਠੇ ਤਪ ਕਰ ਰਹੇ ਸਨ। ਬਾਬਰ ਦੇ ਇਸ ਹਮਲੇ ਦਾ ਜ਼ਿਕਰ ਗੁਰਬਾਣੀ ਵਿੱਚ ਦਰਜ ਬਾਬਰ ਬਾਣੀ ਵਿੱਚ ਵੀ ਆਉਂਦਾ ਹੈ। ਇੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਹੈ। ਇਸ ਦਾ ਉਸਾਰੂ ਢੰਗ ਦੁਨੀਆ ਵਿੱਚ ਇੱਕ ਅਦੁੱਤੀ ਮਿਸਾਲ ਹੈ। ਇਸ ਵਿੱਚ ਲੱਗੇ ਅਮਰੂਦਾਂ ਦੇ ਬਾਗ, ਫੁੱਲਾਂ ਦੀਆਂ ਕਿਆਰੀਆਂ ਅਤੇ ਵਿਸ਼ਾਲ ਸਰੋਵਰ ਇਸ ਦੀ ਸੁੰਦਰਤਾ ਨੂੰ ਹੋਰ ਵੀ ਚਾਨ ਲਗਾਉਂਦੀਆਂ ਹਨ। ਗੁਰਦੁਆਰਾ ਚੱਕੀ ਸਾਹਿਬ ਇਹ ਪਾਵਨ ਸਥਾਨ ਅਹਿਮਦਾਬਾਦ ਸ਼ਹਿਰ ਵਿੱਚ ਹੈ। ਇਸ ਥਾਂ ਗੁਰੂ ਜੀ ਨੇ ਚੱਕੀ ਪੀਸੀ। ਜਦੋਂ ਬਾਬਰ ਦੇ ਫੌਜਾਂ ਨੇ ਵੇਖਿਆ ਕਿ ਬਾਬਾ ਜੀ ਦੀ ਚੱਕੀ ਆਪੇ ਚੱਲ ਰਹੀ ਹੈ ਤਾਂ ਉਹਨਾਂ ਬਾਦਸ਼ਾਹ ਨੂੰ ਜਾ ਕੇ ਦੱਸਿਆ। ਬਾਬਰ ਆਪ ਚੱਲ ਕੇ ਵੇਖਣ ਆਇਆ ਤੇ ਬਾਬਾ ਜੀ ਦੇ ਦਰਸ਼ਨ ਕੀਤੇ। ਬਾਬਰ ਨੇ ਅਨੇਕਾਂ ਬੰਦਿਆਂ ਨੂੰ ਬੜੀ ਇੱਜ਼ਤ ਨਾਲ ਛੱਡਿਆ ਅਤੇ ਸਤਿਗੁਰੂ ਜੀ ਦੀ ਬਹੁਤ ਇੱਜ਼ਤ ਕੀਤੀ। ਇਸ ਘਟਨਾ ਦੀ ਯਾਦ ਵਿੱਚ ਇਹ ਪਾਵਨ ਸਥਾਨ ਚੱਕੀ ਸਾਹਿਬ ਮੌਜੂਦ ਹੈ। ਵਾਹਿਗੁਰੂ 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 ਭਾਈ ਲਾਲੂ ਦੀ ਖੂਹੀ। ਗੁਰਦੁਆਰਾ ਭਾਈ ਲਾਲੂ ਦੀ ਖੂਹੀ ਇਹ ਪਾਵਨ ਸਥਾਨ ਵੀ ਅਹਿਮਦਾਬਾਦ ਵਿੱਚ ਹੈ। ਇਸ ਥਾਂ ਭਾਈ ਲਾਲੂ ਤਰਖਾਨ ਦਾ ਘਰ ਸੀ। ਇੱਥੇ ਗੁਰੂ ਜੀ ਕੀਰਤ ਅਤੇ ਉਦਮ ਦਰਸਾਉਂਦਿਆਂ ਹੋਇਆ ਮਲਕ ਭਾਗੂ ਦੇ ਮਹਿਲ ਕੁੜੀਆਂ ਨੂੰ ਠੁਕਰਾਇਆ। ਉਹਦੀਆਂ ਪੂੜੀਆਂ ਵਿੱਚੋਂ ਰੇਤ ਅਤੇ ਲਾਲੂ ਦੀਆਂ ਸੁੱਚੀ ਕਿਰਤ ਵਿੱਚੋਂ ਦੁੱਧ ਕੱਢ ਕੇ ਉਦਮ ਦਰਸਾਇਆ। ਇੱਥੇ ਹੀ ਆਪਨੇ ਭਾਈ ਲਾਲੂ ਨੂੰ ਸੰਬੋਧਿਤ ਸ਼ਬਦ ਉਚਾਰਿਆ। ਚਲੋ ਹੁਣ ਤੁਹਾਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੈ ਚਲੀਏ। ਪਾਵਨ ਸਥਾਨ ਜ਼ਿਲ੍ਹਾ ਨਾਰੋਵਾਲ ਵਿੱਚ ਸਥਿਤ ਹੈ। ਇਸ ਸਥਾਨ ਦੀ ਲਾਹੌਰ ਤੋਂ ਦੂਰੀ 118 ਕਿਲੋਮੀਟਰ ਹੈ। ਇੱਥੇ ਜਾਣ ਵਾਸਤੇ ਸ਼ਕਰਗੜ੍ਹ ਜਾਣ ਵਾਲੀਆਂ ਬੱਸਾਂ ਵੀ ਮਿਲ ਜਾਂਦੀਆਂ ਹਨ। ਇਸ ਥਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਨੂੰ ਜੋਤੀ ਜੋਤ ਸਮਾਏ। ਉਹਨਾਂ ਇੱਥੇ 18 ਵਰ੍ਹੇ ਖੇਤੀ ਕੀਤੀ ਅਤੇ ਇੱਥੇ ਹੀ ਦੂਜੇ ਪਾਤਸ਼ਾਹ ਜੀ ਨੂੰ ਗੁਰੂ ਗੱਦੀ ਬਖਸ਼ ਕੇ ਲੈਣ ਤੋਂ ਅੰਗਤ ਕੀਤਾ। ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਕਬਰ ਵੀ ਇਸੇ ਸਥਾਨ ਤੇ ਹੈ। ਅਜੋਕੀ ਇਮਾਰਤ ਦੀ ਉਸਾਰੀ ਮਹਾਰਾਜਾ ਭੁਪਿੰਦਰ ਸਿੰਘ ਜੀ ਪਟਿਆਲੇ ਵਾਲਿਆਂ ਵੱਲੋਂ ਕਰਵਾਈ ਗਈ। ਰਾਵੀ ਦਰਿਆ ਦੇ ਕੰਢੇ ਇਹ ਸਥਾਨ ਮੁਸਲਮਾਨਾਂ ਅਤੇ ਸਿੱਖਾਂ ਵਾਸਤੇ ਸਾਂਝੀ ਖਿੱਚ ਦਾ ਕਾਰਨ ਹੈ। ਮੁਸਲਮਾਨ ਬਾਬਾ ਨਾਨਕ ਨੂੰ ਪੀਰ ਮੰਨਦੇ ਸਨ, ਜਦਕਿ ਸਿੱਖ ਉਹਨਾਂ ਨੂੰ ਆਪਣਾ ਗੁਰੂ। ਇਹੀ ਵਜ੍ਹਾ ਹੈ ਕਿ ਬਾਬਾ ਜੀ ਜੋਤੀ ਜੋਤ ਸਮਾਉਣ ਮਗਰੋਂ ਦੋਹਾਂ ਧਰਮਾਂ ਵਿਚਕਾਰ ਰੌਲਾ ਪੈ ਗਿਆ। ਮੁਸਲਮਾਨ ਕਹਿੰਦੇ ਸਨ ਬਾਬਾ ਜੀ ਮੁਸਲਮਾਨ ਸਨ ਤੇ ਅਸੀਂ ਉਹਨਾਂ ਦਾ ਮੁਸਲਮਾਨੀ ਤਰੀਕੇ ਨਾਲ ਦਫਨਾਉਣਾ ਹੈ, ਜਦਕਿ ਸਿੱਖਾਂ ਦਾ ਕਹਿਣਾ ਸੀ ਕਿ ਉਹ ਸਿੱਖ ਗੁਰੂ ਹਨ, ਅਸੀਂ ਉਹਨਾਂ ਦਾ ਸਿੱਖੀ ਰਵਾਇਤਾਂ ਅਨੁਸਾਰ ਸੰਸਕਾਰ ਕਰਨਾ ਹੈ। ਇਸੇ ਰੌਲੇ ਵਿੱਚ ਰਾਤ ਬੀਤ ਗਈ। ਸਵੇਰ ਜਦੋਂ ਮ੍ਰਿਤਕ ਦੇਹ ਤੋਂ ਚਾਦਰ ਚੁੱਕੀ ਗਈ ਤਾਂ ਥੱਲੇ ਫੁੱਲ ਪਏ ਸਨ। ਦੋਹਾਂ ਧਿਰਾਂ ਨੇ
ਚਾਦਰ ਅਤੇ ਫੁੱਲ ਅੱਧੋ ਅੱਧ ਕਰ ਲਏ ਅਤੇ ਆਪਣੇ ਆਪਣੇ ਤਰੀਕੇ ਅਨੁਸਾਰ ਸੰਸਕਾਰ ਕੀਤਾ। ਇੱਥੇ ਦੋਹਾਂ ਕੌਮਾਂ ਦਾ ਸਾਂਝਾ ਸਥਾਨ ਹੈ। ਅੱਜ ਵੀ ਇਲਾਕੇ ਦੇ ਮੁਸਲਮਾਨ ਇੱਥੇ ਮੇਲਾ ਕਰਦੇ ਹਨ, ਜਦਕਿ ਸਿੱਖ ਸੰਗਤਾਂ ਦੇਸ਼ਾਂ ਤੇ ਵਿਦੇਸ਼ਾਂ ਤੋਂ ਆਉਂਦੀਆਂ ਹਨ। ਨਾਮ ਤੇ ਆਇਆ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਤੁਸੀਂ ਕਰਤਾਰਪੁਰ ਸਾਹਿਬ ਦਾ ਅੰਦਰ ਦਾ ਦ੍ਰਿਸ਼ ਦੇਖ ਰਹੇ ਹੋ, ਪਰਵਾਨ ਜੋ ਕਿ ਬਹੁਤ ਹੀ ਖੂਬਸੂਰਤ ਬਣਾਇਆ ਗਿਆ ਹੈ। ਆਏ ਤੇ ਪਰਵਾਨ 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 ਨਾਨਕ ਤੁਸੀਂ ਕਰਤਾਰਪੁਰ ਸਾਹਿਬ ਵਿਖੇ ਅਰੇ ਸੱਚਖੰਡ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਕੁਲ ਉਤਾਰੈ ਆਪ ਨਾਨਕ ਕੁਲ ਉਧਾਰੇ ਆਪਣਾ ਕੁਲ ਉਤਾਰੈ ਆਪਣਾ ਦਰ ਗਏ ਪਾਵੇ ਮਾਨ ਦਰ ਗਏ ਪਾਵੇ ਮਾਨ ਦਰ ਗਹਿ ਪਾਵੈ ਮਾਨ ਦਰ ਗਹਿ ਪਾਵੈ ਮਾਨ ਦਰ ਗਏ ਪਾਵੇ ਮਾਨ ਦਰ ਗਏ ਪਾਵੇ ਮਾਨ ਦਰ ਗਹਿ ਪਾਵੈ ਮਾਨ ਦਰ ਗਹਿ ਪਾਵੈ ਮਾਨ ਜਿਨ ਗੁਰਮੁਖ ਨਾਮ ਤੇ ਆਇਆ ਗੁਰਮੁਖ ਨਾਮ ਤੇ ਆਇਆ ਜਿਨ ਗੁਰਮੁਖ ਨਾਮ ਤੇ ਆਇਆ ਜਿਨ ਗੁਰਮੁਖ ਨਾਮ ਤੇ ਆਇਆ ਵਾਹਿਗੁਰੂ 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 ਤੁਸੀਂ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦੀ ਕਬਰ ਦੇ ਦਰਸ਼ਨ ਕਰ ਰਹੇ ਹੋ। ਵਾਹਿਗੁਰੂ 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 ਕੀਰਤ ਜਿੱਥੇ ਸੰਗਤਾਂ ਸ਼ੀਸ਼ ਨਵਾ ਕੇ ਸਤਿਗੁਰ ਪਾਸੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਹੋਈਆਂ। ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਪ੍ਰਮੇ ਸਾਰੀਆਂ ਸੰਗਤਾਂ ਆਏ ਸਮਾਂ ਕੱਢ ਕੇ ਲਾਹੌਰ ਦੀ ਖੂਬਸੂਰਤੀ ਵੀ ਦੇਖਦੀਆਂ ਹਨ। ਵਾਹਿਗੁਰੂ ਵਾਹਿਗੁਰੂ ਇਹ ਮੀਨਾਰੇ ਪਾਕਿਸਤਾਨ ਜੋ ਗੁਰਦੁਆਰਾ ਡੇਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ। ਵਾਹਿਗੁਰੂ 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 ਮਹਾਰਾਜਾ ਰਣਜੀਤ ਸਿੰਘ ਦਾ ਕਿਲਾ, ਸ਼ਾਹੀ ਮਸਜਿਦ, ਵਾਹਿਗੁਰੂ ਇਹ ਦੋਵੇਂ ਵੀ ਗੁਰਦੁਆਰਾ ਡੇਰਾ ਸਾਹਿਬ ਨਾਲ ਮੌਜੂਦ ਹਨ। ਉਸ ਤੋਂ ਉਪਰੰਤ ਸਾਰੀਆਂ ਸੰਗਤਾਂ ਲਾਹੌਰ ਦੇ ਬਾਜ਼ਾਰ ਘੁੰਮਦੀਆਂ ਹਨ, ਕਿਉਂਕਿ ਦੂਸਰੇ ਦਿਨ ਸਵੇਰੇ ਉਹਨਾਂ ਦੀ ਵਾਪਸੀ ਹਿੰਦੁਸਤਾਨ ਲਈ ਹੋਣੀ ਹੈ। ਸੰਗਤਾਂ ਲਾਹੌਰ ਦਾ ਬਾਜ਼ਾਰ ਅਤੇ ਲਾਹੌਰ ਨੂੰ ਦੇਖਦੀਆਂ ਹੋਈਆਂ ਵਾਹਿਗੁਰੂ 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 ਇਹ ਤੁਸੀਂ ਲਾਹੌਰ ਦਾ ਸਟੇਸ਼ਨ ਦੇਖ ਰਹੇ ਹੋ।
ਜਿੱਥੋਂ ਸੰਗਤਾਂ ਵਾਪਸ ਟ੍ਰੇਨ ਵਿੱਚ ਬੈਠ ਕੇ ਹਿੰਦੁਸਤਾਨ ਆ ਜਾਂਦੀਆਂ ਹਨ। ਪਿਆਰੀ ਸਾਧ ਸੰਗਤ ਜੀਓ, ਮੈਂ ਬਹੁਤ ਛੋਟਾ ਜਿਹਾ ਉਪਰਾਲਾ ਕੀਤਾ ਹੈ ਹਿੰਦੁਸਤਾਨ ਦੀਆਂ ਉਹਨਾਂ ਸੰਗਤਾਂ ਵਾਸਤੇ ਜੋ ਕਿਸੇ ਵੀ ਕਾਰਨ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਨਹੀਂ ਕਰ ਸਕਦੀਆਂ। ਇਸ ਫਿਲਮ ਨੂੰ ਬਣਾਉਣ ਵੇਲੇ, ਲਿਖਣ ਵੇਲੇ, ਕਹਿਣ ਵੇਲੇ ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ, ਤਾਂ ਦਾਸ ਅਜਿਹੇ ਸਹੂਲਤਾਂ ਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।